Hello students, how are you? Hope you all are fine and you are enjoying your lessons. ਤਾਂ ਆਪਣਾ ਅੱਜ ਦਾ ਜੋ ਲੈਸਨ ਹੈ ਪਾਰਟਸ ਆਫ ਸਪੀਚ ਆਪਾਂ ਕੰਪਲੀਟ ਕਰ ਚੁੱਕੇ ਹਾਂਗੇ ਸੋ ਵੀ ਵਿਲ ਨਾਓ ਸਟਾਰਟ on the basics of grammar. Today we will start with subject predicate. Now for some of the students predicate may be a new word but not for all. ਪੰਜਾਬੀ ਦੇ ਵਿੱਚ ਮੈਂ ਨਾਲ ਦੱਸਦੀ ਹੁੰਨੀ ਆਂਗੀ ਸਬਜੈਕਟ ਉਦੇਸ਼ ਹੈ ਤੇ ਪ੍ਰੈਡੀਕੇਟ ਨੂੰ ਵਿਧੇਯ ਕਿਹਾ ਜਾਂਦਾ ਪੰਜਾਬੀ ਗ੍ਰਾਮਰ ਦੇ ਵਿੱਚ। ਤਾਂ ਸਬਜੈਕਟ ਕੀ ਹੈਗਾ ਰਾਈਟ? ਸਬਜੈਕਟ ਇਜ਼ ਆਲਵੇਜ਼ ਅ ਨਾਉਨ ਔਰ ਪ੍ਰੋਨਾਉਨ। ਇੱਕ ਤੇ ਇਹ ਚੀਜ਼ ਯਾਦ ਰੱਖਣ ਵਾਲੀ ਹੈਗੀ ਕਿ ਸਬਜੈਕਟ ਜਿਹੜਾ ਹੈ ਉਹ ਜਾਂ ਨਾਉਨ ਹੋਏਗਾ ਜਾਂ ਪ੍ਰੋਨਾਉਨ ਹੋਏਗਾ ਰਾਈਟ। ਇਟ ਮੇ ਬੀ ਅ ਪਰਸਨ ਕਿਉਂਕਿ ਆਪਾਂ ਨੂੰ ਪਤਾ ਹੈਗਾ ਕਿ ਨਾਉਨਸ ਕਿਹਦੇ ਲਈ ਯੂਜ਼ ਹੁੰਦੇ ਨੇ। ਇਟ ਮੇ ਬੀ an animal, it may be a place or anything, or even a state of mind, right? State of mind, state of being ਜਿਹਨੂੰ ਆਪਾਂ ਨਾਉਨ ਦੇ ਵਿੱਚ ਕੀਤਾ ਸੀ। ਤਾਂ ਉਦੇਸ਼ ਉਹ ਹੈਗਾ what we are talking about, ਜਿਹਦੇ ਬਾਰੇ 'ਚ ਆਪਾਂ ਗੱਲ ਕਰ ਰਹੇ ਹਾਂ। ਤੇ ਪ੍ਰੈਡੀਕੇਟ ਕੀ ਹੁੰਦਾ ਹੈਗਾ? ਪ੍ਰੈਡੀਕੇਟ ਹੁੰਦਾ ਹੈਗਾ ਇਸੇ ਨਾਉਨ ਜਾਂ ਪ੍ਰੋਨਾਉਨ ਦਾ ਜੋ ਵੀ ਐਕਸ਼ਨ ਹੈ ਜਾਂ ਇਸ ਚੀਜ਼ ਨੂੰ ਅਸੀਂ ਜੇ ਕੋਈ ਡਿਸਕ੍ਰਿਪਸ਼ਨ ਦਿੱਤੀ ਹੈਗੀ ਉਹ ਹੋਏਗਾ। ਐਕਸ਼ਨ ਔਰ ਡਿਸਕ੍ਰਿਪਸ਼ਨ ਆਫ ਦਾ ਨਾਉਨ, ਉਹਨੂੰ ਸਾਰੇ ਨੂੰ ਅਸੀਂ ਕਹਿੰਦੇ ਹਾਂਗੇ ਪ੍ਰੈਡੀਕੇਟ। ਤਾਂ ਦੂਸਰੇ ਸ਼ਬਦਾਂ 'ਚ ਇਹ ਕਹਿ ਲਈਏ ਕਿ ਉਦੇਸ਼ ਕੀ ਹੈ, ਸਬਜੈਕਟ ਕੀ ਹੈ? ਸਬਜੈਕਟ ਵੀ ਆਰ ਸਮਥਿੰਗ ਰਾਈਟ, ਕੁਛ ਵੀ some person or some animal or something we are talking about, and predicate is what we talk about। what we talk ਦਾ ਮਤਲਬ ਇਹ ਹੈਗਾ ਜੋ ਵੀ ਅਸੀਂ ਗੱਲ ਕਰਦੇ ਹਾਂਗੇ। it means predicate always tells something about the subject। ਹੋਪ ਇਟ ਇਜ਼ ਕਲੀਅਰ। ਇੱਕ ਵਾਰੀ ਫੇਰ ਦੱਸ ਰਹੀ ਹਾਂ, ਸਬਜੈਕਟ ਐਂਡ ਪ੍ਰੈਡੀਕੇਟ। ਹੁਣ ਸਬਜੈਕਟ ਜਿਹੜਾ ਹੈ, ਸਬਜੈਕਟ ਹੈ ਨਾਉਨ ਔਰ ਪ੍ਰੋਨਾਉਨ ਅਬਾਊਟ ਵਿਚ ਵੀ ਆਰ ਟਾਕਿੰਗ, ਪ੍ਰੋਨਾਉਨ, ਐਂਡ ਪ੍ਰੈਡੀਕੇਟ ਇਜ਼ ਐਕਸ਼ਨ ਔਰ ਡਿਸਕ੍ਰਿਪਸ਼ਨ ਆਫ ਦੈਟ ਨਾਉਨ। ਹੁਣ ਆਪਾਂ ਕਹਿੰਦੇ ਆਂਗੇ ਕੋਈ ਵੀ ਆਪਾਂ ਸੈਂਟੈਂਸ ਲੈ ਲਈਏ, ਜਿੱਦਾਂ ਰਮਨ ਇੱਕ ਨਾਉਨ ਹੈ, ਪਲੇਸ ਫੁੱਟਬਾਲ। ਤਾਂ ਇੱਥੇ ਆਪਾਂ ਕੀ ਰਮਨ ਦਾ ਐਕਸ਼ਨ ਦੱਸਦਾ। ਹੁਣ ਐਕਸ਼ਨ ਦੇ ਨਾਲ ਰਿਲੇਟਡ ਜਿਹੜੇ ਵਰਡਸ ਹੈਗੇ ਨੇ ਉਹ ਪ੍ਰੈਡੀਕੇਟ ਦੇ ਅੰਦਰ ਹੀ ਜਾਣਗੇ। ਸਬਜੈਕਟ ਇਜ਼ ਓਨਲੀ ਦ ਪਰਸਨ ਰਾਈਟ। ਆਪਾਂ ਕਹੀਏ ਕਾਊ ਇਜ਼ ਅ ਕਾਈਂਡ ਐਨੀਮਲ। ਤਾਂ ਇੱਥੇ ਅਸੀਂ ਕੀ ਕੀਤਾ? ਕਾਊ ਸਾਡਾ ਕੀ ਸੀਗਾ? ਨਾਉਨ ਸੀ ਰਾਈਟ। ਤੇ ਇਹ ਕੀ ਹੋ ਗਈ? ਉਸ ਦੀ ਡਿਸਕ੍ਰਿਪਸ਼ਨ। ਸਬਜੈਕਟ ਇਜ਼ ਓਨਲੀ ਐਂਡ ਓਨਲੀ ਨਾਉਨ ਐਂਡ ਪ੍ਰੋਨਾਉਨ। ਇੱਕ ਹੋਰ ਐਗਜ਼ਾਮਪਲ, ਐਨ ਓਲਡ ਸਟਾਊਟ ਲੇਡੀ was crossing the road। ਹੁਣ ਇਹਦੇ ਵਿੱਚ ਆਪਾਂ ਦੇਖੀਏ ਨਾਉਨ ਕੀ ਹੈ? ਲੇਡੀ। ਆ ਜਿਹੜੇ ਵਰਡਸ ਨੇ ਇਹ ਉਸ ਲੇਡੀ ਨੂੰ ਹੀ ਡਿਸਕ੍ਰਾਈਬ ਕਰ ਰਹੇ ਨੇਗੇ। ਸੋ ਨਾਉਨ ਇਜ਼ ਲੇਡੀ ਓਨਲੀ, ਸੋ ਸਬਜੈਕਟ ਇਜ਼ ਲੇਡੀ। ਆਪਾਂ ਕਿਹਦੀ ਗੱਲ ਕਰ ਰਹੇ ਹਾਂ? ਇੱਕ ਲੇਡੀ ਦੀ। ਹੁਣ ਉਹ ਲੇਡੀ ਸਟਾਊਟ ਹੈ, ਓਲਡ ਹੈ ਰਾਈਟ, ਉਹ ਉਹਦੀ ਅੱਗੋਂ ਡਿਸਕ੍ਰਿਪਸ਼ਨ ਹੈ, ਉਹਦੀ ਅੱਗੋਂ ਆਪਾਂ ਇਹ ਕਹੀਏ ਕਿ ਉਹਦੇ ਨਾਲ ਅਸੀਂ ਐਡਜੈਕਟਿਵਸ ਲਾਏ ਨੇਗੇ ਰਾਈਟ। ਪਰ ਉਹ ਕਰ ਕੀ ਰਹੀ ਹੈਗੀ? ਦੈਟ ਇਜ਼ ਦਾ ਪ੍ਰੈਡੀਕੇਟ। ਨੈਕਸਟ ਐਗਜ਼ਾਮਪਲ, the dog barked loudly। ਹੁਣ ਇੱਥੇ ਕੀ ਹੈ? ਡੌਗ ਕੀ ਹੈਗਾ? ਸਾਡਾ ਸਬਜੈਕਟ ਹੈਗਾ ਰਾਈਟ। ਉਹ ਐਕਸ਼ਨ ਕੀ ਕਰ ਰਿਹਾ? ਹਾਂ, ਅੱਗੋਂ ਉਹਦੇ ਐਕਸ਼ਨ ਦਾ ਮੈਨਰ ਕੀ ਹੈਗਾ? ਦੈਟ ਇਜ਼ ਦਾ ਪ੍ਰੈਡੀਕੇਟ। ਦ ਅਰਥ ਰਿਵੋਲਵਸ। ਧਰਤੀ ਕੀ ਕੰਮ ਕਰ ਰਹੀ ਹੈ? ਰਿਵੋਲਵ ਕਰ ਰਹੀ ਹੈਗੀ। ਕਿੱਥੇ ਰਿਵੋਲਵ ਕਰ ਰਹੀ ਹੈ? ਅਰਾਊਂਡ ਦ ਸਨ। ਤਾਂ ਇਹ ਸਾਰਾ ਕੀ ਹੋ ਗਿਆ? ਪ੍ਰੈਡੀਕੇਟ।
all these roads, ਨਾउन ਕੀ ਹੈ roads, ਇਹ ਤਾਂ ਉਹਦੇ ਡਿਟਰਮੀਨਰਸ ਨੇਗੇ। ਸੜਕਾਂ ਕਿਹੜੀਆਂ, ਆਹ ਵਾਲੀਆਂ ਕਿਹੜੀਆਂ, ਸਾਰੀਆਂ all these roads lead to ਕੋਈ ਵੀ ਆਪਾਂ ਲਿਖ ਦਈਏ ਰੋ। ਆਈ ਹੋਪ ਇੱਥੇ ਤੱਕ ਕਲੀਅਰ ਹੈਗਾ ਕਿ ਸਬਜੈਕਟ ਕੀ ਹੈਗਾ ਤੇ ਪ੍ਰੈਡੀਕੇਟ ਕੀ ਹੈ। ਹੁਣ ਸਬਜੈਕਟ ਤੇ ਪ੍ਰੈਡੀਕੇਟ ਤੋਂ ਬਾਅਦ ਜਦੋਂ ਆਪਾਂ ਨੂੰ ਇਹ ਸਮਝ ਆ ਗਿਆ ਕਿ ਇੱਕ ਸੈਂਟੈਂਸ ਜਿਹੜਾ ਹੈਗਾ ਇਹਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡਣਾ ਹੈ। ਸਬਜੈਕਟ ਇਜ਼ ਆਲਵੇਜ਼ ਅ ਨਾउन ਔਰ ਪ੍ਰੋਨਾउन। ਹਾਂ, ਉਸ ਨਾउन ਪ੍ਰੋਨਾउन ਨੂੰ ਜੇ ਕੁਝ ਵਰਡ ਡਿਸਕ੍ਰਾਈਬ ਕਰ ਰਹੇ ਨੇ, ਡਿਸਕ੍ਰਾਈਬ ਕਰਨ ਵਾਲੇ ਵਰਡ ਕਿਹੜੇ ਹੋਣਗੇ, ਜਾਂ ਡਿਟਰਮੀਨਰਸ ਹੋਣਗੇ ਜਾਂ ਕੋਈ ਵੀ ਐਡਜੈਕਟਿਵ ਹੋਏਗਾ, ਰਾਈਟ। ਜਿਵੇਂ ਆਪਾਂ ਕਹਿੰਦੇ ਆ ਐਨ ਓਲਡ, ਆਪਾਂ ਇਹੀ ਲਿਖਿਆ, ਚਲੋ ਉਹੀ ਫਿਰ ਮੇਰੇ ਮਾਈਂਡ 'ਚ ਆ ਗਿਆ, ਐਨ ਓਲਡ ਸਟਾਊਟ ਲੇਡੀ। ਤਾਂ ਡਿਟਰਮੀਨਰ ਹੋ ਗਿਆ, ਐਡਜੈਕਟਿਵ ਹੋ ਗਿਆ, ਐਡਜੈਕਟਿਵ ਹੋ ਗਿਆ। predicate is helping verb, adverb or whatever phrases are there, ਜੋ ਵੀ ਇਹਦੇ ਵਿੱਚ phrase ਹੋਏਗਾ that is a part of predicate। ਨਾ ਹੁਣ ਇੱਥੋਂ ਹੀ ਆਪਾਂ ਨੈਕਸਟ ਲਵਾਂਗੇ what is a phrase। ਉਹ ਮੈਂ ਤਾਂ ਹੀ ਲਿਖਿਆ ਸੀ ਤਾਂ ਕਿ ਆਪਣਾ ਨੈਕਸਟ ਟੌਪਿਕ ਵੀ ਆਪਾਂ ਇਸ ਵੀਡੀਓ ਦੇ ਵਿੱਚ ਕਲੀਅਰ ਕਰ ਲਈਏ। what is phrase। ਹੁਣ ਸੈਂਟੈਂਸ ਦੇ ਵਿੱਚ ਫਰੇਜ਼ ਨੂੰ ਪੰਜਾਬੀ ਦੇ ਵਿੱਚ ਵਾਕੰਸ਼ ਕਿਹਾ ਜਾਂਦਾ ਹੈ, ਵਾਕ ਦਾ ਅੰਸ਼। ਸੋ ਇਟ ਮੀਨਸ ਇਹ ਵਾਕ ਦਾ ਇੱਕ ਹਿੱਸਾ ਹੁੰਦਾ ਹੈਗਾ। ਇਟ ਇਜ਼ ਅ ਪਾਰਟ ਆਫ ਅ ਸੈਂਟੈਂਸ, ਠੀਕ ਹੈ। ਬਟ ਇਹ ਜਿਹੜਾ ਪਾਰਟ ਹੈ ਇਟ ਇਜ਼ ਇਨਕੰਪਲੀਟ ਪਾਰਟ, ਰਾਈਟ। ਇਟ ਮੇਕਸ ਸੈਂਸ ਹੁੰਦੀ ਹੈਗੀ ਬਟ ਇਟ ਇਜ਼ ਇਨਕੰਪਲੀਟ। it is meaningful, it makes a sense but it is incomplete। ਦੇਖੋ ਆਪਾਂ ਕਹਿੰਦੇ ਆ the sun rises in the east, ਆਪਣਾ ਸੈਂਟੈਂਸ ਇੱਥੇ ਤੱਕ ਕੰਪਲੀਟ ਹੈ, ਸੂਰਜ ਚੜ੍ਹਦਾ ਹੈ, ਓਕੇ ਫਾਈਨ। ਬਟ ਅੱਗੋਂ ਜਿਹੜੀ ਚੀਜ਼ ਹੈਗੀ ਦਿਸ ਇਜ਼ ਅ ਫਰੇਜ਼, ਇਹਨਾਂ ਨੂੰ ਫਰੇਜ਼ ਕਹਿੰਦੇ ਨੇ। ਔਰ ਫਰੇਜ਼ਸ ਇੱਕ ਰਫ ਜਿਹਾ ਆਈਡੀਆ ਹੁੰਦਾ ਹੈਗਾ ਜਿਹਨੂੰ ਆਪਾਂ ਕਹਿੰਦੇ ਹੈਗੇ, ਇੱਕ ਰਫ ਐਂਡ ਟਫ ਆਈਡੀਆ ਹੈ ਕਿ ਇਟ ਆਲਵੇਜ਼ ਇਨਕਲੂਡਸ ਅ ਪ੍ਰੈਪੋਜੀਸ਼ਨ। ਆਪਾਂ ਕਹੀਏ ਹੰਪਟੀ ਡੰਪਟੀ ਸੈਟ ਔਨ ਅ ਵਾਲ, ਹੰਪਟੀ ਡੰਪਟੀ ਸੈਟ ਔਨ ਅ wall। ਤਾਂ on a wall ਕੀ ਹੈਗਾ, ਇੱਕ phrase। this is example of phrase। show me how to do it। ਹੁਣ ਇੱਥੇ show me ਓਕੇ ਕੰਪਲੀਟ ਹੈਗਾ, how to do it ਕੀ ਆ ਗਿਆ, ਇੱਕ phrase। ਸੋ phrase is always incomplete ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਕੋਈ ਸਬਜੈਕਟ ਵਰਬ ਨਹੀਂ ਹੁੰਦਾ, ਬਟ ਇਟ ਇਜ਼ ਅ part of main sentence, right? But it makes a sense, always a sense is there। phrase ਜਦੋਂ ਅਸੀਂ ਕਰਦੇ ਹਾਂ ਤੇ ਨਾਲ ਹੀ ਦੂਸਰਾ ਫਿਰ ਦਿਮਾਗ 'ਚ ਸਾਡੇ ਵਰਡ ਆਉਂਦਾ ਹੈਗਾ clause। ਫਿਰ clause ਕੀ ਹੈ, clause ਹੈ ਉਪਵਾਕ। ਤਾਂ ਅੱਜ ਦੇਖੋ ਆਪਾਂ ਕੀਤਾ ਹੈਗਾ ਸੈਂਟੈਂਸ ਦੇ ਵਿੱਚ ਕੀ ਹੁੰਦਾ ਹੈਗਾ, ਸਬਜੈਕਟ ਐਂਡ ਪ੍ਰੈਡੀਕੇਟ, ਦੋ ਚੀਜ਼ਾਂ ਨੇ। ਸੈਂਟੈਂਸ ਕੀ ਹੈ, ਵਾਕ। ਫਰੇਜ਼ ਕੀ ਹੈਗਾ, ਵਾਕੰਸ਼। ਤੇ ਕਲੌਜ਼ ਕੀ ਹੈ, ਉਪਵਾਕ। ਹੁਣ ਆਪਣੇ ਕੋਲ ਇੱਕ ਸੈਂਟੈਂਸ ਹੈਗਾ, ਆਈ ਹੈਵ ਅ ਚੇਨ ਆਫ ਗੋਲਡ। ਹੁਣ ਇਸੇ ਸੈਂਟੈਂਸ ਨੂੰ ਆਪਾਂ ਇੱਦਾਂ ਵੀ ਤਾਂ ਬਣਾ ਸਕਦੇ ਹਾਂ ਨਾ, ਆਈ ਹੈਵ ਅ ਚੇਨ that is made of gold। ਹੁਣ ਜਦੋਂ ਆਪਾਂ ਕਿਹਾ ਆਫ ਗੋਲਡ, ਕਿਉਂਕਿ ਇੱਕ ਤਾਂ ਕਲੀਅਰ ਹੋ ਗਿਆ ਕਿ ਫਰੇਜ਼ ਇਜ਼ ਅ ਪਾਰਟ। ਆਈ ਹੈਵ ਅ ਚੇਨ, ਓਕੇ ਕਲੀਅਰ। ਕਿਹੜੀ ਚੇਨ, ਥੋੜ੍ਹਾ ਜਿਹਾ ਉਹਨੇ ਡਿਸਕ੍ਰਾਈਬ ਕਰਤਾ, ਬਟ ਉਹ ਡਿਸਕ੍ਰਾਈਬ ਇਸ ਹਿਸਾਬ ਦੇ ਨਾਲ ਕੀਤਾ ਕਿ ਇੱਕ ਪ੍ਰੈਪੋਜੀਸ਼ਨ ਐਡ ਕਰਕੇ ਓਨਲੀ। ਹੁਣ ਇੱਥੇ ਕੀ ਹੋਇਆ, ਆਈ ਹੈਵ ਅ ਚੇਨ, ਮੇਰੇ ਕੋਲ ਇੱਕ ਚੇਨ ਹੈ। ਅੱਗੇ ਆਪਾਂ ਕੀ ਲਾਇਆ ਹੈਗਾ, ਇੱਕ ਸਬਜੈਕਟ ਲਾਤਾ, ਇੱਕ ਹੈਲਪਿੰਗ ਵਰਬ ਲਾਤਾ, ਉਸ ਤੋਂ ਬਾਅਦ ਆਪਾਂ ਕੰਪਲੀਟ ਕਰਤਾ, ਰਾਈਟ। ਤਾਂ ਇਹਨੂੰ ਕਹਿੰਦੇ ਨੇਗੇ
clause. This is called clause. This is phrase. एक और example. एक और example. We cannot start. We cannot start while it is raining. ਹੁਣ ਇਹਦੇ ਵਿੱਚ ਦੇਖੋ, we subject modal verb, start verb. Okay. ਉਸ ਤੋਂ ਬਾਅਦ ਕੀ ਹੋਇਆ, ਅਗਲਾ ਪਾਰਟ while ਕਨੈਕਟਰ ਲੱਗ ਗਿਆ, ਕਿਉਂਕਿ ਆਪਾਂ ਕਨੈਕਟਰਸ ਕਰ ਚੁੱਕੇ ਆਂਗੇ, ਕੰਜੰਕਸ਼ਨ ਇਜ਼ ਕਨੈਕਟਡ, ਫਿਰ ਸਬਜੈਕਟ ਆ ਗਿਆ, ਫਿਰ ਹੈਲਪਿੰਗ ਵਰਬ ਆ ਗਿਆ, ਫਿਰ ਵਰਬ ਆ ਗਿਆ, ਰਾਈਟ। ਤਾਂ ਇੱਕੋ ਹੀ ਸੈਂਟੈਂਸ ਦੇ ਵਿੱਚ ਵੀ ਹੈਵ ਟੂ ਸੈਪਰੇਟ sentences, ਪਰ ਇਹ ਜਿਹੜਾ ਸੈਂਟੈਂਸ ਹੈਗਾ, this part is incomplete until and unless we have this clause. This is called main clause. ਆਪਾਂ ਥੋੜਾ ਜਿਹਾ ਕੀਤਾ ਸੀਗਾ ਇਹਦੇ ਬਾਰੇ 'ਚ, ਰਾਈਟ, and this is subordinate clause, ਰਾਈਟ। ਤਾਂ ਹੁਣ ਜਿਹੜੀ ਕਲੌਜ਼ ਹੁੰਦੀ ਹੈ, ਕਲੌਜ਼ ਦੇ ਵਿੱਚ ਸਬਜੈਕਟ ਵੀ ਹੈ ਅਤੇ ਪ੍ਰੈਡੀਕੇਟ ਵੀ ਹੈ। ਆਪਾਂ ਘੁੰਮ ਕੇ ਉੱਥੇ ਹੀ ਆ ਗਏ ਜਿੱਥੋਂ ਆਪਾਂ ਸ਼ੁਰੂ ਕੀਤਾ ਸੀਗਾ, ਸਬਜੈਕਟ ਪ੍ਰੈਡੀਕੇਟ, ਰਾਈਟ। ਤਾਂ ਜਦੋਂ ਇੱਕੋ ਹੀ ਸੈਂਟੈਂਸ ਦੇ ਵਿੱਚ ਸਬਜੈਕਟ ਐਂਡ ਪ੍ਰੈਡੀਕੇਟ ਹੈ, ਫਿਰ ਕਨੈਕਟਰ ਹੈ, ਕਨੈਕਟਰ ਤੋਂ ਬਾਅਦ ਫਿਰ ਕੀ ਆ ਗਿਆ, ਲੈਟ ਮੀ ਚੇਂਜ ਦ ਕਲਰ ਆਫ ਮਾਈ ਪੈਨ। ਓਕੇ, ਇੱਕੋ ਹੀ ਆਪਣੇ ਕੋਲੇ ਸੈਂਟੈਂਸ ਹੈਗਾ, ਉਹਦੇ ਵਿੱਚ ਸਬਜੈਕਟ ਆ ਗਿਆ, ਵੀ ਪ੍ਰੈਡੀਕੇਟ ਆ ਗਿਆ, ਦਿਸ ਇਜ਼ ਸਬਜੈਕਟ। ਉਸ ਤੋਂ ਬਾਅਦ ਕਨੈਕਟਰ ਆ ਗਿਆ, ਕੰਜੰਕਸ਼ਨ ਆ ਗਈ, ਕੰਜੰਕਸ਼ਨ ਕਨੈਕਟਰ ਕਹਿ ਲਓ, ਸੈਂਟੈਂਸ ਕਨੈਕਟਰਸ। ਤਾਂ ਉਸ ਤੋਂ ਬਾਅਦ ਇਟ, ਫਿਰ ਇੱਕ ਸਬਜੈਕਟ ਆ ਗਿਆ, ਉਸ ਤੋਂ ਬਾਅਦ ਫਿਰ ਕੀ ਆ ਗਿਆ, ਪ੍ਰੈਡੀਕੇਟ। ਤਾਂ ਜਿਹੜੇ ਆਹ ਵਾਲਾ ਪ੍ਰੈਡੀਕੇਟ ਹੈ, ਜਿਹੜੀ ਇਹਨੂੰ ਅਸੀਂ ਹਮੇਸ਼ਾ ਕੀ ਕਹਿਣਾ ਹੈਗਾ, ਕਲੌਜ਼। ਹੋਪ ਇੰਨਾ ਕੁ ਕਲੀਅਰ ਹੋਇਆ ਹੋਏਗਾ ਤੁਹਾਨੂੰ। ਲੈਟ ਮੀ ਰਾਈਟ ਇਟ ਅਗੇਨ, ਫਰੇਜ਼ ਐਂਡ ਕਲੌਜ਼, ਰਾਈਟ। ਤਾਂ ਫਰੇਜ਼ ਜਿਹੜਾ ਹੈਗਾ, ਫਰੇਜ਼ ਇਜ਼ ਨਾਟ ਕੰਪਲੀਟ, ਇਟ ਡਜ਼ਨਟ ਹੈਵ ਅ ਸਬਜੈਕਟ, ਇਟ ਡਜ਼ਨਟ ਹੈਵ ਅ ਪ੍ਰੈਡੀਕੇਟ, ਪ੍ਰੈਪੋਜੀਸ਼ਨ ਇਜ਼ ਦੇਅਰ। ਇਹ ਹਮੇਸ਼ਾ ਪ੍ਰੈਪੋਜੀਸ਼ਨ ਦੇ ਨਾਲ ਹੀ ਪੂਰੇ ਸੈਂਟੈਂਸ ਦੇ ਨਾਲ ਜੋੜਿਆ ਹੋਇਆ ਹੁੰਦਾ ਹੈਗਾ। ਕਲੌਜ਼ ਦੇ ਵਿੱਚ ਕੀ ਹੋਏਗਾ, ਇੱਕ ਕੰਜੰਕਸ਼ਨ ਹੋਏਗੀ, ਕੰਜੰਕਸ਼ਨ ਤੋਂ ਬਾਅਦ ਫਿਰ ਸਬਜੈਕਟ ਆਏਗਾ ਅਤੇ ਫਿਰ ਪ੍ਰੈਡੀਕੇਟ ਆਏਗਾ, ਸਬਜੈਕਟ ਵੀ ਹੋਏਗਾ, ਪ੍ਰੈਡੀਕੇਟ ਵੀ ਹੋਏਗਾ, ਕੰਜੰਕਸ਼ਨ ਦੇ ਨਾਲ ਇਹਨੂੰ ਜੋੜਿਆ ਹੋਏਗਾ, ਤਾਂ ਉੱਥੇ ਅਸੀਂ ਕਹਾਂਗੇ ਕਲੌਜ਼। ਸੋ ਆਈ ਹੋਪ ਸਟੂਡੈਂਟਸ ਇੱਥੋਂ ਤੱਕ ਕਲੀਅਰ ਹੋ ਗਿਆ, ਕਿਉਂਕਿ ਆਪਣਾ ਨੈਕਸਟ ਜਿਹੜਾ ਟੋਪਿਕ ਹੋਏਗਾ ਦੈਟ ਵਿਲ ਬੀ ਸਬਜੈਕਟ। ਹੁਣ ਆਪਾਂ ਸਬਜੈਕਟ ਨੂੰ ਡਿਫਾਈਨ ਕਰਾਂਗੇ। ਅੱਜ ਆਪਾਂ ਕੀਤਾ ਹੈਗਾ ਸਬਜੈਕਟ ਐਂਡ ਪ੍ਰੈਡੀਕੇਟ, ਕਿਉਂਕਿ ਸਬਜੈਕਟ ਤਾਂ ਸਬਜੈਕਟ ਹੈ। ਹੁਣ ਪ੍ਰੈਡੀਕੇਟ ਦੇ ਵਿੱਚ ਕੀ ਹੋ ਸਕਦਾ ਹੈਗਾ, ਪ੍ਰੈਡੀਕੇਟ ਦੇ ਵਿੱਚ ਫਰੇਜ਼ ਹੋ ਸਕਦਾ ਹੈਗਾ, ਔਰ ਪ੍ਰੈਡੀਕੇਟ ਦੇ ਵਿੱਚ ਕਲੌਜ਼ ਹੋ ਸਕਦੀ ਹੈਗੀ। ਸਬਜੈਕਟ ਇਜ਼ ਆਲਵੇਜ਼ ਦੇਅਰ, ਰਾਈਟ। ਨੈਕਸਟ ਲੈਸਨ ਜਿਹੜਾ ਹੋਏਗਾ ਦੈਟ ਵਿਲ ਬੀ ਔਨ ਸਬਜੈਕਟ ਅਤੇ ਆਬਜੈਕਟ। ਇਹ ਹੁੰਦਾ ਕੀ ਹੈਗਾ, ਰਾਈਟ, ਔਰ ਇਹਦੇ ਕਿਹੜੇ ਕਿਹੜੇ ਕੇਸਿਸ ਨੇ ਕੀ, ਠੀਕ ਹੈ। ਇਹਦੇ ਵਿੱਚ ਆਪਾਂ ਨੋਮੀਨੇਟਿਵ ਕੇਸ ਕਰਾਂਗੇ, ਐਗਜ਼ੀਟਿਵ ਕੇਸ ਕਰਾਂਗੇ, ਜੈਨੇਟਿਵ ਕੇਸ ਕਰਾਂਗੇ, ਐਂਡ ਪੋਜੈਸਿਵ ਕੇਸ ਕਰਾਂਗੇ ਆਪਾਂ ਸਬਜੈਕਟ ਦੀਆਂ। ਸਬਜੈਕਟ ਇਜ਼ ਅ ਨਾਊਨ, ਐਕਚੁਅਲੀ ਸਬਜੈਕਟ ਇਜ਼ ਅ ਨਾਊਨ, ਸੋ ਵੀ ਵਿਲ ਡੂ ਦ ਕੇਸਿਸ ਆਫ ਨਾਊਨ ਕਿੰਨੇ ਰੂਪਾਂ ਦੇ ਵਿੱਚ, ਕਿੰਨੇ ਤਰੀਕਿਆਂ ਦੇ ਨਾਲ ਸੈਂਟੈਂਸ ਦੇ ਵਿੱਚ ਵਿਚਰਦਾ ਹੈਗਾ, ਦੈਟ ਵਿਲ ਬੀ ਆਵਰ ਨੈਕਸਟ ਟੋਪਿਕ। ਸੋ until then, stay tuned, enjoy the lessons. Thank you so much.